ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨਾ ਤੂੰ ਜਾਣਤਾ ਸਾਹਾ। अवर क्या जाने कोई। मेरे साहा मैं हर दर्शन सुख होए। हमारी बेदन तू जानता साहा। अवर क्या जाने कोई। रहाओ साचा साहिब सच तू मेरे साहा। तेरा किया सच सब होए। झूठा किस को आखिया साहा। दूजा नाही कोई। सबना विच तू वरतदा साहा। सब तुझे ध्यावह दिन रात। सब तुझ ही थावो मंग दे मेरे साहा। तू सब ना करह एक दात। सब को तुझ ही विच है मेरे साहा। तुझ ते बाहर कोई नाहे। सब जीव तेरे तू सब सुधा मेरे साहा। सब तुझ ही माहे समाहे। सबना की तू आस है मेरे प्यारे। सब तुझे ध्यावह मेरे साह। ज्यों भावै त्यों रख तू मेरे प्यारे। सच नानक के पातशाह। सबना की तू आस है मेरे प्यारे। सब तुझे ध्यावह मेरे साह। ज्यों भावै त्यों रख तू मेरे प्यारे। सच नानक के पातशाह। वाहिगुरु जी का खालसा वाहिगुरु जी की फतेह। जुगो जुग अटल सतगुरु साहिब श्री गुरु ग्रंथ साहिब जी का कोटान कोटन धन्यवाद है जिन्हों ने बख्शिश की है, मेहर की है। धन धन सतगुरु साहिब श्री गुरु रामदास महाराज पातशाह जी ने अज अमृत वेले सचखंड श्री हरमंदर साहिब जी दे तखत के उत्ते विराजमान हो करके जो संसार नूं
ਹੁਕਮ ਬਖਸ਼ਿਸ਼ ਕੀਤਾ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਬਹੁਤ ਅਦਬ ਸਤਿਕਾਰ ਸਹਿਤ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਨਿਤਾ ਪ੍ਰਤੀ ਰੋਜ਼ਾਨਾ ਦੀ ਤਰ੍ਹਾਂ ਆਪ ਸੰਗਤਾਂ ਵੱਡੇ ਪੱਧਰ ਦੇ ਉੱਤੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਗੁਰੂ ਸਾਹਿਬ ਜੀ ਆਪਣੇ ਗੁਰੂ ਕੇ ਪਿਆਰਿਆਂ ਨੂੰ, ਆਪਣੇ ਲਾਡਲਿਆਂ ਨੂੰ ਨਿਤਾ ਪ੍ਰਤੀ ਆਵਾਜ਼ਾਂ ਮਾਰਦੇ ਨੇ ਕਿ ਆ ਮੇਰੇ ਪਿਆਰੇ ਗੁਰੂ ਸਿੱਖ ਆ, ਸੰਗਤੀ ਰੂਪ ਦੇ ਵਿੱਚ ਮਿਲ ਕਰਕੇ ਬੈਠ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਕਥਾ ਕਹਾਣੀਆਂ ਕਰਨ ਵਾਸਤੇ ਗੁਰੂ ਦੇ ਦਰਬਾਰ ਵਿੱਚ ਸੱਜ ਬੈਠ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਦਾ ਅੱਜ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ, ਉਹ ਘਟਨਾ ਯਾਦ ਆਈ ਹੈ ਜਿਸ ਦੇ ਬਾਰੇ ਵਿੱਚ ਲਾਹੌਰ ਸ਼ਹਿਰ ਦੇ ਵਿੱਚ ਜਿਸ ਵਕਤ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਛੋਟੀ ਉਮਰ ਦੇ ਵਿੱਚ ਮਾਤਾ ਜੀ ਵੀ ਚੜ੍ਹਾਈ ਕਰ ਗਏ, ਪਿਤਾ ਜੀ ਵੀ ਚੜ੍ਹਾਈ ਕਰ ਗਏ। ਬਾਲ ਉਮਰ ਹੈ, ਬਾਲ ਉਮਰ ਦੇ ਵਿੱਚ ਚਾਚੇ ਤਾਏ ਸ਼ਰੀਕ ਆਦਿ ਨੇ ਆਪਣੇ ਬੱਚਿਆਂ ਨੂੰ ਵੀ, ਭਾਈ ਜੇਠਾ ਜੋ ਬਾਲਕ ਮਾਤਾ ਪਿਤਾ ਦੀ ਛਾਇਆ ਤੋਂ ਦੂਰ ਹੋ ਗਿਆ, ਉਸ ਦੇ ਨਾਲ ਆਪਣੇ ਬੱਚਿਆਂ ਨੂੰ ਖੇਡਣ ਤੋਂ ਵੀ ਗੁਰੇਜ਼ ਕਰਦੇ ਨੇ। ਉਹ ਇਸ ਗੱਲ ਤੋਂ ਆਪਣੇ ਬੱਚਿਆਂ ਨੂੰ ਵਰਜਦੇ ਨੇ ਤੇ ਆਪਣੇ ਘਰ ਦੇ ਦਰਵਾਜ਼ੇ ਉਹਨਾਂ ਨੇ ਬੰਦ ਕਰ ਲਏ। ਮਤਾਂ ਇਹ ਬਾਲਕ ਸਾਡੇ ਬੱਚਿਆਂ ਦੇ ਮੱਥੇ ਲੱਗੇ ਤੇ ਮਨਹੂਸ ਬੱਚਾ ਹੈ, ਇਸ ਦੇ ਸਿਰ ਦੇ ਉੱਤੇ ਮਾਂ-ਬਾਪ ਨਹੀਂ। ਉਹ ਇਸ ਗੱਲ ਤੋਂ ਗੁਰੇਜ਼ ਕਰਦੇ ਸਨ ਕਿ ਭਾਈ ਜੇਠੇ ਦੇ ਮੱਥੇ ਨਹੀਂ ਲੱਗਣਾ। ਇੱਕ ਐਸਾ ਸਮਾਂ ਆਇਆ ਸਾਧ ਸੰਗਤ ਜੀ, ਅੱਜ ਧਿਆਨ ਮਾਰ ਕੇ ਵੇਖ ਲਓ, ਜਿਸ ਦੇ ਮੱਥੇ ਲੱਗਣ ਤੋਂ ਗੁਰੇਜ਼ ਕੀਤਾ ਜਾਂਦਾ ਸੀ, ਜਿਸ ਦਾ ਮੱਥਾ ਮੂੰਹ ਮੱਥਾ ਵੇਖਣ ਤੋਂ ਪਰਹੇਜ਼ ਕੀਤਾ ਜਾਂਦਾ ਸੀ, ਅੱਜ ਉਸ ਦੇ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਉਹਦੇ ਚਰਨਾਂ ਤੇ ਮੱਥਾ ਟੇਕਣ ਵਾਲਿਆਂ ਦੀ ਕਿੱਡੀ ਭੀੜ ਹੈ ਤੇ 3-3 ਘੰਟੇ ਲੱਗ ਜਾਂਦੇ ਨੇ ਗੁਰੂ ਸਾਹਿਬ ਜੀ ਦੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣ ਨੂੰ, ਉਹਨਾਂ ਦੇ ਦਰਸ਼ਨ ਕਰਨ ਨੂੰ, ਜਿਨ੍ਹਾਂ ਨੂੰ ਇਹ ਸਮਝਿਆ ਜਾਂਦਾ ਸੀ ਕਿ ਇਹ ਅਭਾਗਾ ਬੱਚਾ ਹੈ, ਇਸ ਦੇ ਦਰਸ਼ਨ ਨਹੀਂ ਕਰਨੇ। ਅੱਜ ਦੇ ਇਸ ਮੁੱਖ ਵਾਕ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਸੰਬੋਧਨ ਕੀਤਾ ਹੈ ਸ਼ਬਦ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਦੋ ਤਰ੍ਹਾਂ ਦੇ ਸ਼ਾਹਾਂ ਦਾ ਜ਼ਿਕਰ ਹੈ। ਇੱਕ ਸੰਸਾਰੀ ਤੌਰ ਦੇ ਉੱਤੇ ਅਸੀਂ ਆਪਣੀਆਂ ਲੋੜਾਂ ਥੋੜਾਂ ਨੂੰ ਪੂਰੀਆਂ ਕਰਨ ਵਾਸਤੇ ਇੱਕ ਸ਼ਾਹੂਕਾਰ ਦੀ ਚੋਣ ਕਰਦੇ ਹਾਂ। ਜਦੋਂ ਵੀ ਕਿਸੇ ਜੱਟ ਜ਼ਿਮੀਂਦਾਰ ਨੂੰ ਕੋਈ ਲੋੜ ਪੈਂਦੀ ਹੈ, ਆਪਣੇ ਬੱਚੇ ਵਿਆਹ ਸ਼ਾਦੀਆਂ ਦੇ ਦੌਰਾਨ, ਉਹ ਆਪਣੇ ਸ਼ਾਹ ਨੂੰ, ਆਪਣੇ ਉਸ ਸ਼ਾਹ ਦੇ ਕੋਲ ਜਾਂਦਾ ਹੈ ਜਿਸ ਨੂੰ ਆਖਦਾ ਹੈ ਕਿ ਮੇਰੀ ਇਹ ਜ਼ਰੂਰਤ ਹੈ, ਮੇਰੀ ਲੋੜ ਹੈ, ਇਹ ਪੂਰੀ ਕਰਨੀ ਹੈ। ਤੇ ਉਹ ਸ਼ਾਹ ਜਿਹੜਾ ਆਦਾਨ ਪ੍ਰਦਾਨ ਕਰਦਾ, ਲੈਣ ਦੇਣ ਕਰਦਾ ਹੈ ਆਪਣੇ ਗਾਹਕ ਦੇ ਨਾਲ, ਉਸ ਨੂੰ ਆਪਣੀ ਬਹੀ ਤੇ ਅੰਕਿਤ ਕਰ ਦਿੰਦਾ ਹੈ, ਲਿਖ ਲੈਂਦਾ ਹੈ। ਤੇ ਲਿਖਦਾ ਵੀ ਉਹ ਹੈ, ਜਿੰਨੇ ਦਿੰਦਾ ਹੈ ਉਹਦੇ ਨਾਲੋਂ ਕੁਝ ਵੱਧ ਲਿਖ ਲੈਂਦਾ ਹੈ, ਵਿਆਜ ਤੇ ਦਿੰਦਾ ਹੈ। ਤੇ ਫਿਰ ਨਾਲ ਇਹ ਵੀ ਨਿਸ਼ਚਿਤ ਕਰਦਾ ਹੈ ਕਿ ਜੋ ਮੈਂ ਤੈਨੂੰ ਦਿੱਤਾ ਹੈ ਉਹ ਸਮੇਂ ਅਨੁਸਾਰ ਵਾਪਸ ਵੀ ਲੈਣਾ ਤੇ ਵਿਦ ਵਿਆਜ ਲੈਣਾ ਹੈ। ਇੱਕ ਸ਼ਾਹ ਉਹ ਹੈ। ਇੱਕ ਸ਼ਾਹ ਜਿਸ ਦੀ ਗੱਲ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਕਰ ਰਹੇ ਨੇ, ਐਸਾ ਸ਼ਾਹ ਹੈ ਜਿਸ ਨੇ ਕੋਈ ਬਹੀ ਖਾਤਾ ਨਹੀਂ ਜੇ ਲਾਇਆ। ਜਿਹੜੀਆਂ ਸਾਨੂੰ ਦਾਤਾਂ ਦੇ ਰਿਹਾ ਹੈ, ਜੋ ਕੁਝ ਵੀ ਸਾਨੂੰ ਦੇ ਰਿਹਾ ਹੈ, ਉਹਦੇ ਵਾਸਤੇ ਉਸਨੇ ਕੋਈ ਬਹੀ ਖਾਤਾ ਨਹੀਂ ਲਾਇਆ, ਕੋਈ ਦਾਤਾਂ ਦੇਣ ਲੱਗਿਆਂ ਲਿਖਦਾ ਨਹੀਂ ਹੈ, ਤੇ ਨਾ ਹੀ ਇਹ ਗੱਲ ਆਖਦਾ ਹੈ ਕਿ ਜਿਹੜੀਆਂ ਮੈਂ ਤੈਨੂੰ ਦਾਤਾਂ ਦਿੱਤੀਆਂ ਨੇ ਇਹ ਤੂੰ ਮੈਨੂੰ ਵਾਪਸ ਵੀ ਕਰ ਦਵੀਂ।
ਐਸਾ ਸ਼ਾਹ ਹੈ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਈ ਖਾਹੇ। ਉਸ ਸ਼ਾਹ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਸ਼ਾਹਾਂ ਦਾ ਸ਼ਾਹ ਹੈ। ਉਸ ਦੇ ਦਰਸ਼ਨ ਕਰਨੇ ਆ। ਉਸ ਦੇ ਦਰਸ਼ਨ ਕੀਤਿਆਂ ਕਿਵੇਂ ਸੁੱਖ ਪ੍ਰਾਪਤ ਹੁੰਦੇ ਨੇ। ਵਿਦਵਾਨ ਜਨਾਂ ਨੇ 4 ਤਰ੍ਹਾਂ ਦੇ ਦਰਸ਼ਨਾਂ ਦੀ ਗੱਲ ਕੀਤੀ ਹੈ। ਇੱਕ ਦਰਸ਼ਨ ਹੈ ਜਿਸ ਨੂੰ ਅਸੀਂ ਆਖਦੇ ਹਾਂ ਕਿ ਸਰਵਣ ਦਰਸ਼ਨ, ਜਿਹੜੇ ਤੁਸੀਂ ਕਰ ਰਹੇ ਹੋ, ਅਸੀਂ ਕਰ ਰਹੇ ਹਾਂ। ਨਿਤਾ ਪ੍ਰਤੀ ਗੁਰੂ ਕਾ ਸਿੱਖ ਜਦੋਂ ਗੁਰੂ ਘਰ ਦੇ ਵਿੱਚ ਆਉਂਦਾ ਹੈ ਨਾ, ਜਦੋਂ ਅਦਬ ਸਤਕਾਰ ਸਹਿਤ ਸਾਵਧਾਨ ਇਕਾਗਰ ਚੀਤ ਹੋ ਕਰਕੇ ਉਹ ਗੁਰਬਾਣੀ ਨੂੰ ਸਰਵਣ ਕਰਦਾ ਹੈ, ਕੀਰਤਨ ਨੂੰ ਸਰਵਣ ਕਰਦਾ ਹੈ, ਤੇ ਮਾਨੋ ਉਹ ਸਰਵਣ ਦਰਸ਼ਨ ਹੋ ਰਹੇ ਨੇ। ਉਸ ਨੂੰ ਕੰਨਾਂ ਦੇ ਰਾਹੀਂ ਗੁਰੂ ਦੇ ਦਰਸ਼ਨ ਹੋ ਰਹੇ ਨੇ। ਬਾਣੀ ਨੂੰ ਸੁਣਦਾ ਹੈ, ਕਥਾ ਕੀਰਤਨ ਸਰਵਣ ਕਰਦਾ ਹੈ। ਇੱਕ ਦਰਸ਼ਨ ਇੱਕ ਇਹ ਨੇ। ਇੱਕ ਹੈ ਚਿੱਤਰ ਦਰਸ਼ਨ, ਕਿ ਗੁਰੂ ਸਾਹਿਬਾਂ ਦੇ ਸ਼ਹੀਦਾਂ ਦੇ ਚਿੱਤਰ ਵੇਖ ਕਰਕੇ ਸਾਨੂੰ ਉਹਨਾਂ ਦੀ ਯਾਦ ਆ ਜਾਵੇ। ਉਸ ਚਿੱਤਰ ਦਰਸ਼ਨ ਨੂੰ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਭਾਵੇਂ ਗੁਰਸਿੱਖੀ ਦੇ ਵਿੱਚ, ਗੁਰਬਾਣੀ ਦੇ ਵਿੱਚ ਮੂਰਤੀ ਪੂਜਾ ਨਹੀਂ ਹੈ, ਪਰ ਫਿਰ ਵੀ ਵਿਦਵਾਨ ਜਨ ਮੰਨਦੇ ਹਨ ਕਿ ਗੁਰੂ ਸਾਹਿਬਾਂ ਦੇ ਚਿੱਤਰ ਵੇਖ ਕਰਕੇ ਸਾਨੂੰ ਗੁਰੂਆਂ ਦੀ ਯਾਦ, ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਇਸ ਨੂੰ ਚਿੱਤਰ ਦਰਸ਼ਨ ਆਖਦੇ। ਇੱਕ ਦਰਸ਼ਨ ਨੇ ਸੁਪਨ ਦਰਸ਼ਨ, ਜਿਹੜੇ ਸਾਨੂੰ ਸੁਪਨੇ ਦੇ ਵਿੱਚ ਰਾਤ ਨੂੰ ਸੁਪਨਾ ਕੋਈ ਆਵੇ। ਕੋਈ ਵਿਰਲਾ ਐਸਾ ਗੁਰੂ ਕਾ ਸਿੱਖ ਹੋਵੇਗਾ ਜਿਹਨੂੰ ਰਾਤ ਨੂੰ ਸੁੱਤੇ ਪਿਆਂ ਵੀ ਗੁਰੂ ਦੇ ਦਰਸ਼ਨ ਹੋਣ, ਜਿਨ੍ਹਾਂ ਨੂੰ ਰਾਤ ਨੂੰ ਸੁਪਨਿਆਂ ਪਿਆਂ ਵੀ ਗੁਰੂ ਕੀ ਸੰਗਤ ਦੀ ਵਿਚਾਰਧਾਰਾ ਉਹਨਾਂ ਦੇ ਮਨ ਵਿੱਚ ਆਵੇ। ਸੁਪਨੇ ਦੇ ਵਿੱਚ ਵੀ ਉਹ ਗੁਰੂ ਘਰ ਦੇ ਵਿੱਚ ਬੈਠੇ ਹੋਣ, ਸੁਪਨੇ ਦੇ ਵਿੱਚ ਵੀ ਉਹ ਕਥਾ ਕੀਰਤਨ ਸਰਵਣ ਕਰਦੇ ਹੋਣ। ਇੱਕ ਦਰਸ਼ਨ ਉਹ ਨੇ, ਪਰ ਬਹੁਤ ਘੱਟ ਵਿਰਲਿਆਂ ਨੂੰ ਐਸੇ ਹੁੰਦੇ ਨੇ। ਇੱਕ ਦਰਸ਼ਨ ਹੈ ਪ੍ਰਤੱਖ ਦਰਸ਼ਨ, ਪ੍ਰਤੱਖ ਸਾਖਸ਼ਾਤ ਦਰਸ਼ਨ, ਜਿਹੜੇ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਉਹਨਾਂ ਨੂੰ ਪ੍ਰਤੱਖ ਦਰਸ਼ਨ ਹੋਏ ਨੇ, ਸਾਖਸ਼ਾਤ ਦਰਸ਼ਨ ਹੋਏ ਨੇ, ਉਹਨਾਂ ਦਾ ਵੀ ਜ਼ਿਕਰ ਆਉਂਦਾ ਹੈ। ਇੱਕ ਦਰਸ਼ਨ ਹੈ ਸ਼ਬਦ ਦਰਸ਼ਨ, ਗੁਰੂ ਸਾਹਿਬ ਜੀ ਦੇ ਸ਼ਬਦਾਂ ਦਾ ਵਿਚਾਰ ਕਰਨੀ, ਗੁਰੂ ਸਾਹਿਬ ਦੇ ਦਰਸਾਏ ਹੁਕਮ ਦੇ ਅਨੁਸਾਰ ਆਪਣਾ ਜੀਵਨ ਜਿਉਣਾ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ, ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਚੰਗੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਭਾਗਾਂ ਵਾਲੇ ਜੀਵਾਂ ਨੂੰ ਨਸੀਬ ਹੁੰਦਾ ਹੈ। ਪ੍ਰਤੱਖ ਤੌਰ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀ ਨੇ? ਗੁਰੂ ਸਾਹਿਬ ਜੀ ਦੇ ਪ੍ਰਤੱਖ ਤੌਰ ਤੇ ਦਰਸ਼ਨ ਹੈ ਗੁਰੂ ਦੁਆਰਾ ਦੱਸਿਆ ਹੋਇਆ ਜਿਹੜਾ ਮਾਰਗ ਹੈ, ਉਪਦੇਸ਼ ਹੈ, ਉਸ ਨੂੰ ਗ੍ਰਹਿਣ ਕਰਨਾ, ਉਸ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ, ਉਸ ਅਨੁਸਾਰ ਜੀਵਨ ਆਪਣਾ ਜਿਉਣਾ। ਜੋ ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜੀਓ, ਇਉ ਪਾਵੈ ਹਰ ਦਰਸਾਵੜਾ, ਨਹ ਲੱਗੇ ਤਤੀ ਵਾਓ ਜੀਓ। ਜੋ ਗੁਰ ਕਹੇ ਉਹ ਕਾਰ ਕਰਨੀ, ਜਿਸ ਕਾਰ ਨੂੰ ਕਰਨ ਵਾਸਤੇ ਗੁਰੂ ਆਖਦਾ ਹੈ, ਉਹ ਕੰਮ ਕਰਨੇ ਜਿਸ ਕੰਮ ਨੂੰ ਕਰਨ ਵਾਸਤੇ ਗੁਰੂ ਆਖਦਾ ਹੈ, ਉਹ ਕੁਝ ਖਾਣਾ ਜਿਸ ਨੂੰ ਖਾਣ ਵਾਸਤੇ ਗੁਰੂ ਆਖਦਾ, ਉਹ ਪਾਉਣਾ ਜਿਸ ਨੂੰ ਪਾਉਣ ਵਾਸਤੇ ਗੁਰੂ ਆਖਦਾ ਹੈ। ਪਰ ਅਸੀਂ ਖਾਣੇ ਵੀ ਉਹ ਹੈ ਜਿਹੜਾ ਸਾਡਾ ਮਨ ਕਹਿੰਦਾ ਹੈ। ਜੋ ਮੇਰਾ ਮਨ ਕਹਿੰਦਾ ਮੈਂ ਤਾਂ ਉਹ ਖਾਣਾ ਹੈ, ਜੋ ਮੇਰਾ ਮਨ ਕਹਿੰਦਾ ਹੈ ਮੈਂ ਤਾਂ ਉਹ ਪਾਉਣਾ ਹੈ, ਜੋ ਮੇਰਾ ਮਨ ਕਹਿੰਦਾ ਹੈ ਮੈਂ ਉਸ ਅਨੁਸਾਰ ਜਿਉਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਤਿਆਗੈ ਮਨ ਕੀ ਮਤੜੀ, ਇਹ ਹੈ ਗੁਰੂ ਦਾ ਦਰਸ਼ਨ। ਗੁਰੂ ਦਾ ਦਰਸ਼ਨ ਸ਼ਬਦ ਦਰਸ਼ਨ ਦੇ ਰਾਹੀਂ ਗੁਰੂ ਕਾ ਸਿੱਖ ਮਨ ਦੀ ਮਤ ਤਿਆਗ ਦਵੇ। ਇਹ ਬਹੁਤ ਕਠਿਨ ਕਾਰਜ ਹੈ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਬੜੀ ਔਖੀ ਗੱਲ ਹੈ ਕਿ ਅਸੀਂ ਆਪਣੀ ਮਨ ਦੀ ਮਤ ਤਿਆਗ ਕਰਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਈਏ। ਗੁਰੂ ਦੀ ਮਤ ਦੇ ਅਨੁਸਾਰ ਜਿਉਣਾ ਇਹ ਗੁਰਮੁਖਾਂ ਦਾ ਉਪਦੇਸ਼ ਹੈ। ਮਨਮੁਖ ਮਾਇਆ ਵੇੜੀ ਮਨੁੱਖ ਜਿਹੜੇ ਨੇ ਨਾ, ਉਹ ਆਪਣੀ ਮਤ ਦੇ ਰਾਹੀਂ ਔਗਣ ਇਕੱਠੇ ਕਰਦੇ ਨੇ ਤੇ ਗੁਣਾਂ ਦਾ ਤਿਆਗ ਕਰਦੇ ਰਹਿੰਦੇ ਨੇ। ਜਿਹੜੇ ਗੁਣ ਹੁੰਦੇ ਨੇ
ਉਹਨਾਂ ਨੂੰ ਗ੍ਰਹਿਣ ਨਹੀਂ ਕਰਦੇ, ਜਿਹੜੇ ਔਗਣ ਨੇ ਉਹਨਾਂ ਨੂੰ ਗ੍ਰਹਿਣ ਕਰਦੇ ਨੇ। ਗੁਰਮੁਖ ਜਨ ਕੀ ਕਰਦੇ ਨੇ? ਗੁਰਮੁਖ ਜਨ ਜਿਹੜੇ ਨੇ ਉਹ ਔਗਣਾਂ ਦਾ ਤਿਆਗ ਕਰਦੇ ਰਹਿੰਦੇ ਨੇ ਤੇ ਗੁਣਾਂ ਦਾ ਸੰਗ੍ਰਹਿ ਕਰਦੇ ਰਹਿੰਦੇ ਨੇ, ਗੁਣਾਂ ਨੂੰ ਇਕੱਠਿਆਂ ਕਰਦੇ ਰਹਿੰਦੇ। ਉਹਨਾਂ ਦੀ ਉਦਾਹਰਨ ਸਧਾਰਨ ਤੌਰ ਦੇ ਉੱਤੇ ਛੱਜ ਤੇ ਛਾਲਣੀ ਨਾਲ ਦਿੱਤੀ ਜਾਂਦੀ ਹੈ। ਛਾਨਣੀ ਤੁਹਾਡੇ ਸਾਰੇ ਘਰਾਂ ਵਿੱਚ ਹੁੰਦੀ ਆ। ਸੁਆਣੀਆਂ ਬੀਬੀਆਂ ਆਟਾ ਛਾਣਦੀਆਂ ਨੇ। ਕੀ ਕਰਦੀ ਹੈ ਛਾਨਣੀ? ਛਾਨਣੀ ਦੇ ਵਿੱਚ ਜਦੋਂ ਆਟਾ ਛਾਣਿਆ ਜਾਂਦਾ ਹੈ ਤੇ ਆਟਾ ਥੱਲੇ ਡਿੱਗਦਾ ਜਾਂਦਾ ਹੈ ਤੇ ਫੂਸ ਜਿਹੜਾ ਹੈ ਉਹ ਛਾਨਣੀ ਦੇ ਵਿੱਚ ਰਹਿੰਦਾ ਹੈ। ਮਾਇਆ ਵੇੜੀ ਮਨਮੁਖ ਮਨੁੱਖ ਐਸੇ ਸੁਭਾਅ ਦੇ ਹੁੰਦੇ ਨੇ ਜਿਹੜੇ ਔਗਣਾਂ ਦਾ ਸੰਗ੍ਰਹਿ ਕਰਦੇ ਰਹਿੰਦੇ ਨੇ, ਔਗਣ ਇਕੱਠੇ ਕਰਦੇ ਰਹਿੰਦੇ ਨੇ ਤੇ ਗੁਣ ਉਸ ਛਾਨਣੀ ਵਾਂਗ ਜਿਵੇਂ ਆਟਾ ਥੱਲੇ ਡਿੱਗਦਾ ਰਹਿੰਦਾ ਹੈ ਉਹ ਗੁਣਾਂ ਨੂੰ ਤਿਆਗਦੇ ਰਹਿੰਦੇ ਨੇ ਤੇ ਹਮੇਸ਼ਾ ਕਿਸੇ ਮਨੁੱਖ ਦੇ ਵਿੱਚ ਵੀ ਉਹ ਔਗਣ ਹੀ ਝਾਕਦੇ ਰਹਿੰਦੇ ਹਨ, ਗੁਣਾਂ ਦੇ ਨਾਲ ਸਾਂਝ ਨਹੀਂ ਪਾਉਂਦੇ। ਗੁਰਮੁਖ ਮਨੁੱਖ ਜਿਹੜੇ ਨੇ ਉਹ ਛੱਜ ਦੀ ਨਿਆਈ ਹੁੰਦੇ ਨੇ। ਛੱਜ ਦੇ ਨਾਲ ਸੁਆਣੀਆਂ ਬੀਬੀਆਂ ਜਦੋਂ ਦਾਣੇ ਛੱਟਿਆ ਕਰਦੀਆਂ ਨੇ ਨਾ, ਹੁਣ ਤਾਂ ਉਹ ਗੱਲਾਂ ਦੂਰ ਹੋ ਗਈਆਂ ਨੇ। ਛੱਜ ਦੇ ਨਾਲ ਜਦੋਂ ਬੀਬੀਆਂ ਸੁਆਣੀਆਂ ਦਾਣੇ ਛੱਟਦੀਆਂ ਨੇ ਤੇ ਛੱਜ ਕੀ ਕਰਦਾ ਹੈ? ਕੂੜ ਜਿਹੜਾ ਬਾਹਰ ਸੁੱਟੀ ਜਾਂਦਾ ਹੈ ਤੇ ਦਾਣੇ ਜਿਹੜੇ ਨੇ ਨਾ ਉਹ ਆਪਣੇ ਵੱਲ ਖਿੱਚੀ ਜਾਂਦਾ ਹੈ। ਇਹ ਗੁਰਮੁਖ ਦਾ ਸੁਭਾਅ ਹੁੰਦਾ ਹੈ। ਗੁਰਮੁਖ ਔਗਣਾਂ ਨੂੰ ਬਾਹਰ ਕੱਢੀ ਜਾਂਦਾ ਹੈ ਤੇ ਗੁਣਾਂ ਨੂੰ ਆਪਣੇ ਅੰਦਰ ਗ੍ਰਹਿਣ ਕਰੀ ਜਾਂਦਾ ਹੈ। ਜਿਹੜਾ ਗੁਰੂ ਕਾ ਸਿੱਖ ਨਿਤਾ ਪ੍ਰਤੀ ਬਾਣੀ ਪੜ੍ਹ ਕੇ ਆਪਣੇ ਅੰਦਰ ਇਹ ਅਨੁਭਵ ਕਰੇ, ਐਨਾਲਿਸਿਸ ਕਰੇ, ਜੇ ਉਹਦੇ ਗੁਣਾਂ ਦੇ ਵਿੱਚ ਵਾਧਾ ਹੋ ਰਿਹਾ ਹੈ, ਔਗਣ ਘਟ ਰਹੇ ਨੇ ਤੇ ਮੰਨ ਲਓ ਗੁਰੂ ਦੇ ਦਰਸ਼ਨ ਕੀਤੇ ਸਫਲ ਨੇ। ਜੇ ਗੁਣਾਂ ਦੇ ਵਿੱਚ ਵਾਧਾ ਹੋ ਰਿਹਾ ਹੈ, ਔਗਣਾਂ ਦੀ ਗਿਣਤੀ ਘਟਦੀ ਜਾ ਰਹੀ ਹੋਵੇ ਤੇ ਗੁਣ ਵਧਦੇ ਜਾਂਦੇ ਹੋਣ ਤਾਂ ਸਮਝ ਲੈਣਾ ਕਿ ਪੜ੍ਹੀ ਗਈ ਬਾਣੀ ਸਫਲ ਹੋ ਰਹੀ ਹੈ, ਕੀਤਾ ਗਿਆ ਨਿਤਨੇਮ ਸਫਲ ਹੋ ਰਿਹਾ ਹੈ, ਕੀਤਾ ਗਿਆ ਸਿਮਰਨ ਸਫਲ ਹੋ ਰਿਹਾ ਹੈ। ਸਤਿਗੁਰੂ ਜੀ ਇਹ ਸਮਝਾਵਨਾ ਕਰਦੇ ਹਨ, ਜਿਹੜੇ ਐਸੇ ਸੁਭਾਅ ਦੇ ਗੁਰੂ ਕੇ ਸਿੱਖ ਹੁੰਦੇ ਨੇ ਉਹਨਾਂ ਦਾ ਸੁਭਾਵ ਤੌਰ ਤੇ ਮਨ ਜਿਹੜਾ ਹੁੰਦਾ ਗੁਰੂ ਨਾਲ ਜੁੜਿਆ ਹੁੰਦਾ। ਉਹ ਆਪ ਵੀ ਜੁੜਦੇ ਨੇ ਤੇ ਹੋਰਨਾਂ ਨੂੰ ਵੀ ਗੁਰੂ ਦੇ ਉਪਦੇਸ਼ ਦੇ ਨਾਲ, ਗੁਰੂ ਸ਼ਬਦ ਦੇ ਨਾਲ ਜੋੜਨਾ ਕਰਦੇ ਨੇ। ਜਿਹੜੇ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਦੇ ਅੰਦਰ ਗ੍ਰਹਿਣ ਕਰਕੇ ਵਸਾ ਕਰਕੇ ਆਪ ਜੁੜਦੇ ਨੇ ਤੇ ਦੂਜਿਆਂ ਨੂੰ ਜੋੜਦੇ ਨੇ, ਉਹਨਾਂ ਨੂੰ ਗੁਰੂ ਦੇ ਘਰ ਵਿੱਚ, ਗੁਰੂ ਦੇ ਦਰ ਦੇ ਉੱਤੇ ਮਾਣ ਤੇ ਸਤਿਕਾਰ ਮਿਲਦਾ ਹੈ। ਜਿਹੜੇ ਆਪ ਵੀ ਨਹੀਂ ਜੁੜੇ ਤੇ ਜੁੜਿਆਂ ਨੂੰ ਤੋੜਨ ਦਾ ਵੀ ਯਤਨ ਕਰਦੇ ਰਹਿੰਦੇ ਨੇ, ਉਹਨਾਂ ਦਾ ਨਰਾਦਰ ਹੁੰਦਾ, ਪੈਰਾਂ ਵਿੱਚ ਰੁਲਦੇ ਨੇ। ਐਸਾ ਹੀ ਸਵਾਲ ਇੱਕ ਦਿਨ ਕੈਂਚੀ ਤੇ ਸੂਈ ਦੇ ਵਿੱਚ ਵਾਦ ਵਿਵਾਦ ਖੜਾ ਹੋ ਗਿਆ। ਕੈਂਚੀ ਸੂਈ ਨੂੰ ਸੰਬੋਧਨ ਕਰਕੇ ਆਖਦੀ ਹੈ, ਕੈਂਚੀ ਕਹਿੰਦੀ ਹੈ ਸੂਈ ਨੂੰ, ਭੈਣੇ ਤੇਰਾ ਆਕਾਰ ਵੀ ਛੋਟਾ ਹੈ, ਤੇਰਾ ਆਕਾਰ ਛੋਟਾ ਹੈ, ਤੇਰਾ ਆਕਾਰ ਵੀ ਛੋਟਾ ਹੈ, ਤੇਰਾ ਭਾਰ ਵੀ ਛੋਟਾ ਹੈ, ਮੇਰਾ ਆਕਾਰ ਵੀ ਵੱਡਾ ਹੈ, ਮੇਰਾ ਭਾਰ ਵੀ ਵੱਡਾ ਹੈ, ਪਰ ਕੀ ਗੱਲ ਹੈ, ਕੀ ਕਾਰਨ ਹੈ? ਜਦੋਂ ਤੁਸੀਂ ਕਦੇ ਟੇਲਰ ਮਾਸਟਰ ਦੀ ਦੁਕਾਨ ਤੇ ਜਾਵੋ ਨਾ ਤੇ ਵੇਖਣਾ ਉਹ ਟੇਲਰ ਮਾਸਟਰ ਜਿਹੜਾ ਸੂਈ ਆ ਨਾ ਉਹ ਆਪਣੀ ਪੱਗ ਦੇ ਵਿੱਚ ਟੰਗ ਕੇ ਰੱਖਦਾ, ਇੱਥੇ ਟੰਗਦਾ ਹੈ, ਤੇ ਜਿਹੜੀ ਕੈਂਚੀ ਹੁੰਦੀ ਆ ਨਾ ਉਹ ਪੈਰਾਂ ਵਿੱਚ ਰੱਖੀ ਹੁੰਦੀ ਹੈ। ਉਹਨੂੰ ਕਦੇ ਇੱਥੇ ਨਹੀਂ ਰੱਖਦਾ, ਪੈਰਾਂ ਵਿੱਚ ਰੱਖਦਾ। ਕੈਂਚੀ ਪੁੱਛਦੀ ਹੈ ਭੈਣੇ ਸੂਈ ਨੂੰ, ਤੂੰ ਆਕਾਰ ਵਿੱਚ ਵੀ ਛੋਟੀ ਹੈ, ਤੂੰ ਭਾਰ ਵਿੱਚ ਵੀ ਛੋਟੀ ਹੈ, ਮੈਂ ਆਕਾਰ ਵਿੱਚ ਵੀ ਵੱਡੀ ਹਾਂ, ਮੈਂ ਭਾਰ ਵਿੱਚ ਵੀ ਵੱਡੀ ਹਾਂ, ਪਰ ਕੀ ਗੱਲ ਹੈ? ਆ ਟੇਲਰ ਮਾਸਟਰ ਤੈਨੂੰ ਸਿਰ ਦੇ ਤਾਜ ਦੇ ਉੱਤੇ ਰੱਖਦਾ ਹੈ ਤੇ ਮੈਨੂੰ ਪੈਰਾਂ ਦੇ ਵਿੱਚ ਰੋਲਦਾ ਹੈ, ਇਹਦਾ ਕਾਰਨ ਕੀ ਆ ਮੈਨੂੰ ਦੱਸ। ਸੂਈ ਆਖਦੀ ਹੈ ਭੈਣੇ ਇੱਥੇ ਭਾਰ ਤੇ ਆਕਾਰ ਦੀ ਗੱਲ ਕੋਈ ਨਹੀਂ ਹੈ, ਇੱਥੇ ਜੋੜਨ ਵਾਲਿਆਂ ਦੀ ਗੱਲ ਹੈ। ਕਹਿੰਦੀ ਭਾਵਾਂ ਮੈਂ ਆਕਾਰ ਵਿੱਚ ਛੋਟੀ ਆ, ਭਾਰ ਵਿੱਚ ਛੋਟੀ ਆ, ਸੂਈ ਦਾ ਕੰਮ ਕੀ ਹੁੰਦਾ ਹੈ? ਸੂਈ ਦਾ ਕੰਮ ਹੁੰਦਾ ਪਾਟੇ ਨੂੰ ਸੀ ਦੇਣਾ। ਮੇਰਾ ਕੰਮ ਹੈ ਜਿਹੜਾ ਪਾਟਿਆ ਹੈ, ਜਿਹੜਾ ਟੁੱਟਿਆ ਹੈ, ਮੈਂ ਉਹਨੂੰ ਜੋੜ ਦਿੰਨੀ ਹਾਂ। ਤੂੰ ਕੈਂਚੀ ਹੈ, ਤੂੰ ਭਾਰੀ ਤਾਂ ਜ਼ਰੂਰ ਹੈ ਪਰ ਤੂੰ ਕੱਟਦੀ ਹੈ, ਜੋੜਦੀ ਨਹੀਂ। ਤੇਰਾ ਕੰਮ ਪਾੜਨਾ ਹੈ। ਤੂੰ ਦਮੂਈ ਹੈ, ਮੈਂ ਇੱਕ ਮੂੰਹ ਵਾਲੀ ਹਾਂ, ਮੇਰਾ ਇੱਕ ਮੂੰਹ ਹੈ, ਤੇਰੇ ਦੋ ਮੂੰਹ ਨੇ। ਇਸ ਕਰਕੇ ਜਿਹੜੇ ਦਮੂਹੇ ਹੁੰਦੇ ਨੇ, ਜਿਹੜੇ ਪਾੜਦੇ ਨੇ ਉਹ ਪੈਰਾਂ ਵਿੱਚ ਹੀ ਰੁਲਦੇ ਨੇ, ਜਿਹੜੇ ਜੋੜਦੇ ਨੇ ਉਹ ਸਿਰ ਦੇ ਤਾਜ ਹੋਇਆ ਕਰਦੇ ਨੇ।
ਸਤਿਗੁਰੂ ਜੀ ਇਸ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਕਿਵੇਂ ਸੁੱਖ ਹੋਣਗੇ, ਕਿਵੇਂ ਜ਼ਿੰਦਗੀ ਦੇ ਵਿੱਚ ਆਨੰਦ ਆਵੇਗਾ। ਆਓ ਅੱਜ ਦੇ ਇਸ ਪਾਵਨ ਬਚਨ ਵਿੱਚ ਸਰਵਣ ਕਰੀਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਮੇਰੇ ਸ਼ਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਜਿਹਦੇ ਕੋਲ ਬੈਠਿਆ ਸੋਹਣੇ ਲੱਗੀਦਾ ਹੈ। ਸੱਚ ਜਾਣਿਓ, ਗੁਰੂ ਸਾਹਿਬ ਜੀ ਇਹ ਫਰਮਾਵਨਾ ਕਰਦੇ ਹਨ, ਜਿਹਦੇ ਕੋਲ ਬੈਠਿਆ ਸੁੰਦਰ ਲੱਗੀਏ। ਤੁਸੀਂ ਸਾਰੇ ਗੁਰੂ ਨੂੰ ਬਹੁਤ ਸੋਹਣੇ ਲੱਗ ਰਹੇ ਹੋ। ਕਿਉਂ? ਤੁਸੀਂ ਗੁਰੂ ਦੇ ਕੋਲ ਬੈਠੇ ਹੋ, ਗੁਰੂ ਦੀ ਗੋਦੀ ਵਿੱਚ ਬੈਠੇ ਹੋ। ਸਭਨਾ ਦਾਵੇ ਸਾਹੋ। ਸਤਿਗੁਰੂ ਜੀ ਨੂੰ ਪੁੱਛਿਆ ਸੀ ਕਿ ਤੁਹਾਨੂੰ ਸਾਰਿਆਂ ਤੋਂ ਸੋਹਣਾ ਕੌਣ ਲੱਗਦਾ ਹੈ ਤੇ ਸੁੰਦਰ ਕੌਣ ਲੱਗਦਾ ਹੈ? ਸਹੀ ਸੁੰਦਰ ਸੋਹਣੇ ਸਾਧ ਸੰਗ ਜੇ ਬਹਿਣੇ। ਉਹ ਦੁਨੀਆ ਤੋਂ ਸਾਰੇ ਸੋਹਣੇ ਮਨੁੱਖ ਨੇ, ਸਾਰਿਆਂ ਤੋਂ ਸੁੰਦਰ ਮਨੁੱਖ ਨੇ, ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕਰਕੇ ਬੈਠਦੇ ਨੇ। ਮੇਰੇ ਸ਼ਾਹ ਤੂੰ ਮੇਰਾ ਸ਼ਾਹ ਹੈ, ਤੂੰ ਮੇਰੇ ਸ਼ਾਹਾਂ ਦਾ ਸ਼ਾਹ ਹੈ। ਮੈਂ ਹਰ ਦਰਸ਼ਨ ਸੁਖ ਹੋਏ। ਤੇਰਾ ਦਰਸ਼ਨ ਕਰਕੇ ਮੈਨੂੰ ਸੁੱਖ ਮਿਲਦੇ ਨੇ, ਸੁੱਖ ਪ੍ਰਾਪਤ ਹੁੰਦੇ ਨੇ। ਸੁੱਖ ਕਿਹਨੂੰ ਆਖਦੇ ਹਨ? ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਗੁਰਬਾਣੀ ਨੇ ਫੈਸਲਾ ਕਰ ਦਿੱਤਾ ਹੈ ਕਿ ਸਾਰਾ ਸੰਸਾਰ ਵੇਖ ਲਿਆ, ਪਰ ਨਾਮ ਤੋਂ ਬਗੈਰ ਸੁੱਖ ਨਹੀਂ ਜੇ ਮਿਲਦੇ। ਕਬੀਰ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਦੁਨੀਆ ਦੇ ਵਿੱਚ ਸਾਰਿਆਂ ਤੋਂ ਸੁਖੀ ਮਨੁੱਖ ਕੌਣ ਹੈ? ਤੇ ਅਸੀਂ ਆਖ ਦੇਣਾ ਸੀ ਜਿਹਦੇ ਕੋਲ ਬਹੁਤ ਧਨ ਹੋਵੇ ਉਹ ਸਭ ਤੋਂ ਸੁਖੀ ਮਨੁੱਖ ਹੋਵੇਗਾ। ਪਰ ਕੌਣ ਕਵੇ ਕਿ ਸੁਖ ਨਾਹੀ ਰੇ ਬਹੁਤਾ ਧਨ ਖਾਟੇ। ਜਦੋਂ ਗੁਰਬਾਣੀ ਨੇ ਇਹ ਨਿਰਣਾ ਦੇ ਦਿੱਤਾ, ਫੈਸਲਾ ਦੇ ਦਿੱਤਾ, ਧਨ ਗੁਜਰਾਨ ਹੈ, ਮਾਇਆ ਗੁਜਰਾਨ ਤੱਕ ਤਾਂ ਗੱਲ ਰਹੇ, ਪਰ ਜਦੋਂ ਸਾਡੀ ਦੌੜ ਇਹ ਲੱਗ ਗਈ ਹੈ ਕਿ ਸਹਿਸ ਖੱਟੇ ਲੱਖ ਕੋ ਉਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ, ਦੌੜ ਲੱਗ ਗਈ। ਮਾਇਆ ਦੇ ਨਾਲ ਸੁੱਖ ਨਹੀਂ ਜੇ ਮਿਲਣੇ। ਜੇ ਆਖੀਏ ਬਹੁਤ ਬਹੁਤ ਵੱਡੇ ਘਰਾਂ ਮਹਿਲਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਸੁੱਖ ਹੈ ਤੇ ਪੁੱਛ ਲਿਓ ਜਾ ਕੇ ਉਹਨਾਂ ਦੇ ਘਰ ਕੀ ਵਰਤਦਾ ਹੈ। ਜੇ ਕਹੀਏ ਸੰਸਾਰੀ ਤੌਰ ਦੇ ਉੱਤੇ ਵੱਡੇ ਵੱਡੇ ਰੁਤਬੇ ਹਾਸਲ ਹੋ ਜਾਣ ਤੇ ਉਥੇ ਸੁੱਖ ਹੋ ਜਾਵੇਗਾ। ਵੱਡੇ ਵੱਡੇ ਰਾਜਨ ਯਾਰ ਭੂਮਣ ਤਾਂ ਕਿ ਤ੍ਰਿਸ਼ਨ ਨਾ ਬੁਝੀ, ਸੁਖੀ ਉਹ ਵੀ ਨਹੀਂ। ਫਿਰ ਕਬੀਰ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਸੰਸਾਰ ਦੇ ਵਿੱਚ ਸਾਰਿਆਂ ਤੋਂ ਸੁਖੀ ਮਨੁੱਖ ਕੌਣ ਹੈ? ਤਾਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕਰਕੇ ਆਖਿਆ, ਤੁਸੀਂ ਵੀ ਰਸਨਾ ਪਵਿੱਤਰ ਕਰੋ। ਕਬੀਰ ਹਰ ਕਾ ਸਿਮਰਨ ਜੋ ਕਰੇ, ਹਰ ਕਾ ਸਿਮਰਨ ਜੋ ਕਰੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹਰ ਕਾ ਸਿਮਰਨ ਜੋ ਕਰੈ, ਹਰ ਕਾ ਸਿਮਰਨ ਜੋ ਕਰੈ। ਸੋ ਸੁਖੀਆ ਸੰਸਾਰ, ਸੋ ਸੁਖੀਆ ਸੰਸਾਰ। ਪਤਾ ਲੱਗ ਗਿਆ ਨਾ ਹੁਣ ਕਿ ਸੁਖੀ ਕੌਣ ਹੈ? ਸੁਖੀ ਕੌਣ ਹੈ, ਦੁਖੀ ਕੌਣ ਹੈ? ਦੁੱਖ ਕਿੱਥੇ ਆਉਂਦੇ ਨੇ? ਪਾਤਸ਼ਾਹੀ ਦੀ ਬਾਣੀ ਦਾ ਫਰਮਾਨ, ਹਰ ਬਿਸਰਤ ਸਦਾ
ਖੁਆਰੀ। ਜਿਨ੍ਹਾਂ ਨੂੰ ਰੱਬ ਭੁੱਲ ਜਾਵੇ, ਪਰਮਾਤਮਾ ਭੁੱਲ ਜਾਵੇ, ਗੁਰੂ ਭੁੱਲ ਜਾਵੇ, ਉੱਥੇ ਦੁੱਖ ਆਉਂਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸੁੱਖ ਆਉਂਦੇ ਨੇ ਉੱਥੇ ਜਿੱਥੇ ਸਿਮਰਨ ਹੋਵੇ। ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਪੜ੍ਹਦੇ ਹੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਕਲਾ ਕਲੇਸ਼, ਘਰ ਦੇ ਵਿੱਚ ਕਲਾ ਕਲੇਸ਼ ਹੈ, ਅੰਦਰ ਕਲਾ ਕਲੇਸ਼ ਹੈ, ਮਿਟ ਜਾਏਗੀ। ਕਾਦੇ ਨਾਲ? ਸਿਮਰਨ ਦੇ ਨਾਲ। ਸਤਿਗੁਰੂ ਜੀ ਸਮਝਾਵਨਾ ਕਰਦੇ ਹਨ, ਮੇਰੇ ਸ਼ਾਹ ਤੇਰੇ ਦਰਸ਼ਨ ਕਰਨ ਦੇ ਨਾਲ, ਤੇਰੇ ਸ਼ਬਦ ਦੀ ਵਿਚਾਰ ਧਾਰਾ ਕਰਨ ਦੇ ਨਾਲ, ਤੇਰੇ ਦਰਸਾਏ ਹੋਏ ਫਰਮਾਨ ਦੇ ਅਨੁਸਾਰ ਜੀਵਨ ਜਿਉਣ ਦੇ ਨਾਲ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣ ਕੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ। ਗੁਰੂ ਦੇ ਦਰਸ਼ਨ ਭਾਗਾਂ ਵਾਲੇ ਹਨ ਉਹ ਗੁਰੂ ਕੇ ਸਿੱਖ, ਜਿਹੜੇ ਜਿੰਨਾ ਚੱਕਰ ਗੁਰੂ ਦੇ ਦਰਸ਼ਨ ਨਹੀਂ ਨਾ ਕਰ ਲੈਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਨਾਂ ਚੱਕਰ ਆਪਣੇ ਮੁਖ ਦੇ ਵਿੱਚ ਕੁਝ ਨਹੀਂ ਜੇ ਪਾਉਂਦੇ, ਕੁਝ ਨਹੀਂ ਜੇ ਪਾਉਂਦੇ। ਮਹਾਰਾਜ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਨ੍ਹਾਂ ਦੀ ਅੱਜ ਬਰਸੀ ਮਨਾਈ ਜਾ ਰਹੀ ਹੈ, ਉਹਨਾਂ ਦਾ ਸੁਭਾਅ ਸੀ, ਉਹਨਾਂ ਨੇ ਆਪਣੇ ਘਰ ਦੇ ਵਿੱਚ ਸਭ ਤੋਂ ਉੱਪਰ ਬਹੁਤ ਸੁੰਦਰ ਅਸਥਾਨ ਬਣਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਮਾਨ ਕੀਤਾ ਹੋਇਆ ਸੀ। ਤੇ ਨਿਤਾ ਪ੍ਰਤੀ ਆਪਣਾ ਕੋਈ ਵੀ ਕਾਰਜ ਆਰੰਭ ਕਰਨ ਤੋਂ ਪਹਿਲਾਂ ਇਸ਼ਨਾਨ ਪਾਣੀ ਕਰਕੇ ਤਿਆਰ ਬਰ ਤਿਆਰ ਹੋ ਕਰਕੇ ਆਪਣੇ ਸਾਰੇ ਸ਼ਾਸਤਰ ਤਨ ਤੇ ਪਹਿਨ ਕਰਕੇ, ਜਿੰਨਾ ਚੱਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਸਨ ਕਰ ਲੈਂਦੇ, ਉਹਨਾਂ ਚੱਕਰ ਆਪਣੇ ਮਹੱਲਾਂ ਤੋਂ ਬਾਹਰ ਨਹੀਂ ਸਨ ਨਿਕਲਦੇ। ਪਰ ਸਾਡੀ ਕੀ ਦਸ਼ਾ ਹੈ? ਸਾਡੀ ਦਸ਼ਾ ਕੈਸੀ ਹੈ? ਅਸੀਂ ਕਈ ਵਾਰੀ ਤਾਂ ਮਹੀਨਿਆਂ ਵੱਧੀ ਸਾਡੇ ਲੰਘ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਆ। ਹਮਰੀ ਬੇਦਨ ਤੂੰ ਜਾਣਤਾ ਮੇਰੇ ਸਾਹਾ, ਅਵਰ ਕਿਆ ਜਾਣੈ ਕੋਈ। ਇਹ ਤਾਂ ਕੋਈ ਵਿਰਲਾ ਉਹੀ ਦੱਸ ਸਕਦਾ ਨਾ ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਹੋਵੇ, ਜਿਹੜੇ ਇਹ ਗੱਲ ਕਹਿਣ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਮੈਂ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਏ, ਅੱਜ ਸੁੱਤੇ ਕਿੱਦਾਂ ਗਏ? ਅੱਜ ਕਿੰਨੀਆਂ ਦਿਨ ਦੇ ਰਾਤਾਂ, ਕਿੰਨੀਆਂ ਪਹਿਰ ਗੁਰੂ ਦੇ ਦਰਸ਼ਨ ਕੀਤੇ ਬਗੈਰ ਲੰਘ ਗਏ ਨੇ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਇੱਕ ਘੜੀ ਨਾ ਮਿਲਤੇ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਲਾਹੌਰ ਦੀ ਧਰਤੀ ਤੇ ਚਲ ਗਏ ਨੇ ਤੇ ਵਿਰਾਗਮਈ ਅਵਸਥਾ ਵਿੱਚ ਨੇ, ਵਾਰ-ਵਾਰ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀਆਂ ਕਰਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਐ ਪ੍ਰੈ ਤੁਧ ਭਗਵੰਤਾ। ਮੋਇ ਰਹਿਣ ਨਾ ਬਿਹਾਵੈ, ਨੀਂਦ ਨਾ ਆਵੈ, ਬਿਨ ਦੇਖੈ ਗੁਰ ਦਰਬਾਰੇ ਜੀ। ਐਦਾਂ ਦੀ ਅਵਸਥਾ ਬਣ ਗਈ। ਹਮਰੀ ਬੇਦਨ ਤੂੰ ਜਾਣਤਾ ਮੇਰੇ ਸ਼ਾਹ, ਹੇ ਮੇਰੇ ਸ਼ਾਹ, ਮੇਰੇ ਅੰਦਰ ਦੀ ਪੀੜਾ ਤੂੰ ਜਾਣਦਾ ਹੈ। ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਲ ਜਦੋਂ ਲਿਵ ਲੱਗ ਗਈ, ਸੁਰਤੀਆਂ ਬਿਰਤੀਆਂ ਜੁੜ ਗਈਆਂ, ਘਰ ਦੇ ਵਿੱਚ ਵਿਰਾਗਮਈ ਅਵਸਥਾ ਵਿੱਚ ਰਹਿੰਦੇ ਨੇ ਤੇ ਆਪਣੇ ਮੰਜੇ ਦੇ ਉੱਤੇ ਆਰਾਮ ਕਰਦੇ ਨੇ। ਜਿਨ੍ਹਾਂ ਦੇ ਅੰਦਰ ਵੇਦਨ ਹੋਵੇ, ਉਹਨਾਂ ਦੀ ਭੁੱਖ ਵੀ ਮਰ ਜਾਂਦੀ ਹੈ, ਉਹਨਾਂ ਦੀ ਪਿਆਸ ਵੀ ਮਰ ਜਾਂਦੀ ਹੈ, ਉਹਨਾਂ ਦੀ ਨੀਂਦ ਵੀ ਖਤਮ ਹੋ ਜਾਂਦੀ ਹੈ। ਪਰ ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਨਾ ਹੋਵੇ, ਉਹ ਰੱਜ ਕੇ ਖਾਂਦੇ ਵੀ ਨੇ ਤੇ ਰੱਜ ਕੇ ਸੌਂਦੇ ਵੀ ਨੇ। ਪਰ ਧੰਨ ਹਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ। ਮਾਤਾ ਜੀ ਨੇ ਸੋਚਿਆ, ਪੁੱਤਰ ਕਈ ਦਿਨਾਂ ਤੂੰ ਭੋਜਨ ਘੱਟ ਛਕਦਾ ਹੀ ਨਹੀਂ ਜੀ, ਨਾ ਸੌਂਦਾ ਹੈ, ਨਾ ਖਾਂਦਾ ਹੈ, ਨਾ ਪੀਂਦਾ ਹੈ, ਕਿਉਂ ਨਾ ਹੋਵੇ ਕਿਸੇ ਵੈਦ ਨੂੰ ਬੁਲਾਇਆ ਜਾਵੇ। ਵੈਦ ਬੁਲਾਇਆ, ਵੈਦਗੀ ਪਕੜ ਢੰਡੋਲੇ ਬਾਂਹ, ਵੈਦ ਬੁਲਾ ਲਿਆ। ਵੈਦ ਉਹਨਾਂ ਸਮਿਆਂ ਦੇ ਵਿੱਚ ਜਦੋਂ ਕਿਸੇ ਮਰੀਜ਼ ਨੂੰ ਵੇਖਦੇ ਸਨ ਤਾਂ ਨਬਜ ਵੇਖ ਕੇ ਦੱਸਦੇ ਹੁੰਦੇ ਸੀ ਕਿ ਇਹਨੂੰ ਰੋਗ ਕੀ ਹੈ, ਇਹਨੂੰ ਬਿਮਾਰੀ ਕੀ ਹੈ। ਹੁਣ ਵੈਦ ਆ ਗਿਆ ਘਰ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਦੀ ਨਬਜ ਫੜ ਲਈ, ਕਹਿੰਦਾ ਮੈਂ ਦੱਸ ਸਕਾਂਗਾ ਇਸ ਨੂੰ ਕੀ ਰੋਗ ਹੈ। ਭੋਲਾ ਵੈਦ ਨਾ ਜਾਣੀ, ਕਰਕ ਕਰੇਜੇ ਮਾਹੇ। ਸਤਿਗੁਰੂ ਜੀ ਫਰਮਾਵਨਾ ਕਰਦੇ ਨੇ ਵੈਦ ਨੂੰ, ਉਹ ਵੈਦਾ ਤੈਨੂੰ ਕੀ ਪਤਾ ਮੈਨੂੰ ਕਿਹੜਾ ਰੋਗ ਲੱਗਾ ਹੋਇਆ ਹੈ? ਮੈਨੂੰ ਉਹ ਰੋਗ ਨਹੀਂ ਲੱਗਾ ਜਿਹਦੀ ਦਵਾਈ ਦੇਣ ਵਾਸਤੇ ਤੂੰ ਆਇਆ ਹੈ।
ਮੈਨੂੰ ਤਾਂ ਉਹ ਰੋਗ ਲੱਗਾ ਹੈ, ਮੈਂ ਕਈ ਜਨਮਾਂ ਤੋਂ ਉਸ ਕਾਲਪੁਰ ਪਰਮਾਤਮਾ ਦੇ ਨਾਲੋਂ ਵਿਛੜਿਆ ਹੋਇਆ, ਉਹਦੇ ਦਰਸ਼ਨ ਕਰਨ ਦੀ ਤਾਂਗ ਹੈ। ਹਮਰੀ ਬੇਦਨ ਤੂੰ ਜਾਣਤਾ ਮੇਰੇ ਸ਼ਾਹ, ਅਵਰ ਕਿਆ ਜਾਣੈ ਕੋਏ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ, ਤੇਰਾ ਕੀਆ ਸੱਚ ਸਭ ਹੋਏ। ਸਾਚਾ ਸਾਹਿਬ, ਸਾਚਾ ਦਾ ਭਾਵ ਹੈ ਜਿਹੜਾ ਸਦੀਵੀ ਕਾਲ ਵਾਸਤੇ ਸਥਿਰ ਹੈ, ਜਿਹੜਾ ਆਦ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ ਹੈ, ਉਸ ਸਾਚੇ ਦੀ ਗੱਲ ਕੀਤੀ ਜਾ ਰਹੀ ਹੈ। ਅਸੀਂ ਕੱਲ ਨਹੀਂ ਸੀ, ਅਸੀਂ ਕੱਲ ਨਹੀਂ ਸੀ, ਅੱਜ ਹਾਂ ਤੇ ਕੱਲ ਨਹੀਂ ਹੋਵਾਂਗੇ। ਪਰਮਾਤਮਾ ਕੱਲ ਵੀ ਸੀ, ਅੱਜ ਵੀ ਹੈ ਤੇ ਕੱਲ ਵੀ ਹੋਵੇਗਾ। ਜਿਹੜਾ ਕੱਲ ਵੀ ਸੀ, ਅੱਜ ਵੀ ਹੈ ਤੇ ਕੱਲ ਵੀ ਹੋਵੇਗਾ, ਉਹ ਸੱਚ ਹੈ ਸਦੀਵੀ ਕਾਲ ਵਾਸਤੇ। ਤੇ ਸਾਹਿਬ, ਸਾਹਿਬ ਕਿਹਨੂੰ ਆਖਦੇ ਆ? ਜਿਹੜਾ ਵੱਡੇ ਰੁਤਬੇ ਤੇ ਕੋਈ ਅਫਸਰ ਹੋਵੇ ਉਸ ਨੂੰ ਆਖਦੇ ਆ ਸਾਡਾ ਸਾਹਿਬ ਹੈ। ਇਹ ਸਾਹਿਬ ਆਏ ਨੇ ਸਾਡੇ। ਸੱਚ ਜਾਣਿਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਫਿਰ ਸਾਡਾ ਸਾਹਿਬ ਕਿਹੜਾ ਹੋਇਆ? ਸਾਡਾ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਜੀ ਹੋਏ ਨੇ ਨਾ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਜੋ ਤੂੰ ਕਰਦਾ ਹੈ ਨਾ ਉਹ ਵੀ ਸੱਚ ਕਰਦਾ ਹੈ। ਤੂੰ ਇਸ ਤਰ੍ਹਾਂ ਦਾ ਕੰਮ ਕੋਈ ਨਹੀਂ ਕਰਦਾ ਜਿਹੜਾ ਕੋਈ ਕੰਮ ਇਹ ਕਹੀਏ ਕਿ ਰੱਬ ਕੋਲੋਂ ਕੋਈ ਗਲਤੀ ਹੋ ਗਈ ਹੋਵੇ। ਅਗਿਆਨਤਾ ਦੇ ਵਿੱਚ ਕਈ ਵਾਰੀ ਅਸੀਂ ਆਖਦੇ ਹਾਂ, ਜਦੋਂ ਪਰਮਾਤਮਾ ਮਨੁੱਖ ਨੂੰ ਜਨਮ ਦਿੰਦਾ ਹੈ ਤੇ ਕਦੀ ਆਖਦੇ ਹਾਂ ਕਿ ਪਰਮਾਤਮਾ ਦੇ ਕੋਲ ਗਲਤੀ ਹੋ ਗਈ ਹੈ, ਭੁੱਲ ਹੋ ਗਈ ਹੈ, ਕਹਿਰ ਹੋ ਗਿਆ ਹੈ, ਪਰਮਾਤਮਾ ਨੇ ਜ਼ੁਲਮ ਕਰ ਦਿੱਤਾ, ਕਦੀ ਆਖਦੇ ਨਹੀਂ ਨਾ ਆਖਦੇ। ਪਰ ਜਦੋਂ ਆਪਣੀ ਦਿੱਤੀ ਹੋਈ ਦਾਤ ਵਾਪਸ ਲੈ ਲੈਂਦਾ ਤੇ ਫਿਰ ਅਸੀਂ ਉਲਾਮੇ ਦੇਣੇ ਸ਼ੁਰੂ ਕਰ ਦਿੰਦੇ ਹਾਂ ਕਿ ਪਰਮਾਤਮਾ ਨੇ ਬਹੁਤ ਵੱਡੀ ਗਲਤੀ ਕੀਤੀ ਹੈ, ਬੜਾ ਵੱਡਾ ਕਹਿਰ ਹੋ ਗਿਆ, ਜ਼ੁਲਮ ਹੋ ਗਿਆ ਹੈ। ਨਹੀਂ ਗੁਰਮੁਖ ਪਿਆਰ ਵਾਲਿਓ, ਉਹਦਾ ਕੀਤਾ ਹੋਇਆ ਸਭ ਕੁਝ ਸੱਚ ਹੈ। ਝੂਠਾ ਕਿਸ ਕਉ ਆਖੀਐ ਸਾਹਾ, ਦੂਜਾ ਨਾਹੀ ਕੋਏ। ਤੇਰੇ ਤੋਂ ਬਗੈਰ ਦੂਜਾ ਕੋਈ ਹੈ ਹੀ ਨਹੀਂ ਹੈ। ਇਸ ਕਰਕੇ ਅਸੀਂ ਝੂਠਾ ਕਿਸ ਨੂੰ ਆਖੀਏ? ਸਭ ਕੁਝ ਤੂੰ ਹੀ ਹੈ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੈ ਧਿਆਵਹਿ ਦਿਨ ਰਾਤ। ਸਭਨਾ ਵਿੱਚ ਤੂੰ ਵਰਤਦਾ, ਸਾਰਿਆਂ ਵਿੱਚ। ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੋਈ ਹੈ? ਕੋਈ ਤੁਸੀਂ ਕਹਿ ਸਕਦੇ ਹੋ ਕਿ ਆ ਫਲਾਨਾ ਵਿਅਕਤੀ ਹੈ, ਇਹਦੇ ਅੰਦਰ ਰੱਬ ਨਹੀਂ ਵਸਦਾ, ਇਹਦੇ ਅੰਦਰ ਰੱਬ ਨਹੀਂ ਹੈ? ਉਹਲੇ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਰਵ ਰਿਓ ਸਭਨੀ ਜਾਈ। ਉਹ ਸਾਰਿਆਂ ਵਿੱਚ ਰਹਿ ਰਿਹਾ, ਉਹ ਚਾਰ ਵਰਨਾਂ ਦੇ ਵਿੱਚ ਸਾਰਿਆਂ ਵਿੱਚ ਰਹਿੰਦਾ ਹੈ। ਕੋਈ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਰੱਬ ਉੱਚੀ ਜਾਤ ਵਾਲਿਆਂ ਵਿੱਚ ਰਹਿੰਦਾ ਹੈ, ਨੀਵੀਂ ਵਿੱਚ ਨਹੀਂ। ਸਾਰਿਆਂ ਵਿੱਚ। ਸਭੇ ਘਟ ਰਾਮ ਬੋਲੇ, ਜੋ ਸਭ ਮੈਂ ਏਕ ਖੁਦਾਏ ਕਹਿਤ ਹੈ, ਤਾਂ ਕਿਉਂ ਮੁਰਗੀ ਮਾਰੇ। ਕਈਆਂ ਨੂੰ ਜੀਵ ਦਾ ਚਸਕਾ ਹੁੰਦਾ ਨਾ ਖਾਣ ਪੀਣ ਦਾ, ਤੇ ਉਹ ਜੀਵ ਜੰਤੂਆਂ ਦੀ ਹੱਤਿਆ ਕਰਕੇ ਕਹਿੰਦੇ ਨੇ ਕਿ ਇਹਨਾਂ ਦੀ ਵੀ ਗਤਿਆ ਸਾਡੇ ਰਾਹੀਂ ਹੋਣੀ ਹੈ। ਨਹੀਂ, ਜੇ ਅਸੀਂ ਕਹਿੰਦੇ ਕਿ ਸਾਰਿਆਂ ਦੇ ਵਿੱਚ ਰੱਬ ਵੱਸਦਾ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਵੱਸਦਾ ਹੈ, ਤੇ ਮਾਫ ਕਰਨਾ, ਅਸੀਂ ਜੀਵ ਦੇ ਰਸਾਂ ਕਸਾਂ ਵਾਸਤੇ ਜਿਹੜੇ ਜੀਵ ਜੰਤੂਆਂ ਦੀ ਹੱਤਿਆ ਕਰਦੇ ਆ ਨਾ, ਤੇ ਰੱਬ ਉਹਨਾਂ ਦੇ ਅੰਦਰ ਵੀ ਵੱਸਦਾ ਹੈ, ਉਹਨਾਂ ਨੂੰ ਵੀ ਮਾਰਨਾ ਜ਼ੁਲਮ ਹੈ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵੈ ਦਿਨ ਰਾਤ। ਸਾਰੇ ਤੈਨੂੰ ਧਿਆਉਂਦੇ ਨੇ। ਗਾਵਣ ਤੁਧਨੋਂ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੈ, ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋਂ ਸਾਧ ਵਿਚਾਰੈ, ਗਾਵਣ ਤੁਧਨੋਂ ਜਤੀ ਸਤੀ ਸੰਤੋਖੀ, ਗਾਵਣ ਤੁਧਨੋਂ ਵੀਰ ਕਰਾਰੈ,
होर केते तुदनो गावन से मैं चितना आवण नानक क्या विचारे। वो गुरु के प्यार वालिया जे धर्म राजा भी गाउंदा है, इंद्र भी गाउंदा है, देवी देवते भी गाउंदे हन, ते फिर तू क्यों नहीं जे गाउंदा? तू भी गा, तू भी पढ़, तैनू भी पढ़न दा उपदेश है। सतगुरु जी फरमावना करते हैं, सब तुझे तिहावै दिन रात। सब तुझ ही था वो मंग दे मेरे साहा, तू सब ना कर एक दात। सब तुझ ही था वो मंग दे, जगत भिखारी फिरत है, सबको दाता राम। दाता इको ही है, असी सारे भिखारी हैं, असी सारे मंगते हाँ। हम भीखक भिखारी तेरे, तू निजपत है दाता। हुण एक गल बड़ी हैरानगी वाली है, एक बंदा इस दर दे उत्ते पहले भिखारी बन के आवे, भिखारी बन के आके दाता मंगे, गुरु दे अगे झोलियां अड अड के दाता मंगे। वेखदे हां गुरु रामदास दे घर दे विच कई वारी सिख संगतां झोली अड अड के दाता मंगदियां ने, ते पाउंदा भी है, क्योंकि उहदे घर विच सब कुछ है। साडे घर विच सब कुछ नहीं हो सकता, बहुत कुछ तां हो सकता पर सब कुछ नहीं है। वो सारियां नूं दातां दिंदा है, पर अज्ञानता करके मनुख प्रभु परमात्मा दीआं दित्तियां होईयां दातां नूं जदों प्राप्त कर लैंदा ना, ते फिर दानी बन के आ जांदा है। दाता ते दानी, देण वाला दाता हुंदा है ते लैण वाला भिखारी हुंदा है। एक दाते एक भिखारी जी, सब तेरे चोज वडाणा। कदे भी इस तरह ना करया करो। जे परमात्मा ने तुहाडी देण ते ड्यूटी लाई है, जिहड़ा तुहाडे अगे हथ अड के मंग रहा ना, वो भी ओदी खेड़ ही है, ये भी ओदा चोज ही है। शुक्र करया करो महाराज, तुसी मेरी ड्यूटी देण ते लाई है, लैण ते नहीं जे लाई। रहीम एक सूफी कवि होया, सेंट। मैं ओदी एक गाथा पढ़ी सी, कहंदे जदों भी वो किसी नूं कोई वस्तु धन दौलत पदार्थ दिंदा हुंदा सी ना लोड़वंदां नूं, ते जदों उसने देना, देण लग्या अपनियां अखां नीवियां कर लैणियां ते दात इदां देनी। किसी ने पुछ लिया रहीम नूं, रहीम जी तुसी इदां क्यों करदे हो? लोकी तां देण लग्या धौण तां नूं करदे ने, अखबारां विच फोटोआं लाउंदे ने कि मैं फलाने नूं आह दान कीता है, आह सेवा कीती है, ते तुसी की करदे हो? तुसी जदों किसी नूं दिंदे हो, देण लग्या अपनियां अखां नीवियां क्यों कर लैंदे हो? ते रहीम ने आख्या, सज्जणा मैं अपनियां अखां इस करके नीवियां कर लैना हाँ, जदों मैनू दे लोग जिहड़े लैंदे ने वो दाता मैनू कहण लग पैंदे ने, ते मैनू उदों शर्म आउंदी है कि मैं दाता थोड़ा। सबना जियां का एक दाता, परमात्मा दाता देण वाला है, पर असीं उहदियां दित्तियां होईयां दातां दे विचों कुछ भेट करना है। भेटा है अखंड पाठ साहब जी दी भेटा, दान नहीं, कीर्तन दी भेटा, इस इत आद गुरु घर दे लंगरां वास्ते भेटा। पर असीं तां गुरु घर दे चिट्टे चिट्टे पत्थर जिहड़े ना वो भी अपनी हौमे दे नाल ऐदां दे काले कर दित्ते ने, उहदे ते लिखिया हुंदा दानी सज्जणा दी सूची। भाव ये दानी ने ते जिन्हों दे रहे ने गुरु घर दे विच ओह मंगता है। देखो पहले मंगता बन के आया ते फिर हुण दानी बन के आया, हुण गुरु नूं आखदा कि मैं दानी हाँ। सतगुरु जी कहंदे नहीं भाई ऐसा नहीं, सब तुझ ही थावो मंगदे मेरे शाहा, तू सबना करें एक दात। एक दात दा भाव है तू सारियां नूं बराबर दातां दिंदा है, चेहरे मोहरे वेख के नहीं दिंदा। जे ये हवा चल रही है, ऑक्सीजन असीं लै रहे हैं ते सारियां नूं बराबर मिल रही है। जे सूरज दीयां किरणां पै रहीआं ने ते बराबर पै रहीआं ने, सब नूं बराबर है, सब नूं दात बराबर दित्ती, वितकरा नहीं करदा। पर मनुख दातां वंडण लग्गिआं वितकरे कर जांदा है, चेहरे मोहरे वेख के दिंदा है। हे अकाल पुरख परमात्मा वाहिगुरु, तू ऐसा दाता है, सारियां नूं बराबर दिंदा है। और सैल पत्थर में जंत उपाए, तां का रिजक आगे कर धरिया। फिर तू वो जीव जंतु जिहड़े पत्थरां दे विच तू पैदा कर दित्ते ने, उन्हां नूं भी तू उत्थे जा करके रिजक दिंदा है। तू ऐसा दाता है
ਜਿਹੜੇ ਸਾਰੇ ਤੈਨੂੰ ਜਪਦੇ ਹਨ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀ। ਸਭ ਕੋ ਤੇਰੇ ਤੁਝ ਹੀ ਵਿੱਚ ਹੈ ਮੇਰੇ ਸਾਹਾ। ਤੁਝ ਹੀ ਵਿੱਚ ਦਾ ਭਾਵ ਹੈ ਸਾਰੇ ਜੀਵ ਜੰਤੂ ਜਿਹੜੇ ਪੈਦਾ ਕੀਤੇ ਆ ਨਾ ਤੂੰ, ਇਹ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਹੁਕਮ ਦੇ ਵਿੱਚ ਆ ਅਸੀਂ, ਉਸ ਕਾਲਪੁਰ ਪਰਮਾਤਮਾ ਦੇ ਹੁਕਮ ਦੇ ਵਿੱਚ ਹਾਂ, ਹੁਕਮ ਤੋਂ ਬਾਹਰ ਨਹੀਂ ਆ। ਸਤਿਗੁਰੂ ਜੀ ਸਮਝਾਵਨਾ ਕਰਦੇ ਹਨ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੇਰੇ ਹੁਕਮ ਦੇ ਵਿੱਚ ਹੈ, ਤੁਝ ਤੇ ਬਾਹਰ ਕੋਈ ਨਾਹੀਂ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਜਾ ਸਕਦਾ। ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ। ਸਾਰੇ ਜੀ ਤੇਰੇ ਪੈਦਾ ਕੀਤੇ ਹੋਏ ਨੇ, ਸਾਰੇ ਜੀਵ ਜੰਤ 84 ਲੱਖ ਜੋਨ ਉਪਾਈ, ਰਿਜ਼ਕ ਦਿਆ ਸਭਨੋਂ ਕੋ ਤਦ ਕਾ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ 84 ਲੱਖ ਜੂਨਾਂ ਪੈਦਾ ਕਰਕੇ, ਜਿੱਦਾਂ ਜਿੱਦਾਂ ਦੀ ਜੂਨ ਦੀ ਜਿੱਦਾਂ ਜਿੱਦਾਂ ਦੀ ਖੁਰਾਕ ਹੈ ਨਾ, ਉਦਾਂ ਉਦਾਂ ਦੀ ਖੁਰਾਕ ਦਿੰਦਾ। ਐਦਾਂ ਦਾ ਦਾਤਾ ਹੈ। ਇਹ ਨਹੀਂ ਆਖਦਾ ਕਿ ਮੈਂ ਲੰਗਰ ਲਾਇਆ ਤੁਸੀਂ ਸਾਰੇ ਮੇਰੇ ਕੋਲ ਆਓ। ਕਹਿੰਦਾ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਮੈਂ ਆਪ ਚੱਲ ਕਰਕੇ ਜਾਵਾਂਗਾ ਉੱਥੇ ਇਹ ਤੁਹਾਡੀ ਖੁਰਾਕ ਪਹੁੰਚਾਉਣ ਵਾਸਤੇ। ਜੇ ਕੋਈ ਪੱਥਰਾਂ ਦੇ ਵਿੱਚ ਬੈਠਾ ਹੈ ਤੇ ਪੱਥਰਾਂ ਦੇ ਵਿੱਚ ਜਾ ਕਰਕੇ ਰਿਜ਼ਕ ਦੇ ਰਿਹਾ। ਜੇ ਮਾਤਾ ਦੇ ਗਰਭ ਦੇ ਵਿੱਚ ਹੈ ਕੋਈ ਬੈਠਾ ਹੈ, ਮਾਤਾ ਕਾ ਉਧਰ ਮੈਂ ਪ੍ਰਤਿਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ ਹੈ, ਮਨੋਂ ਕਿਉਂ ਵਿਸਾਰੀ ਹੈ, ਇਹ ਵਡ ਦਾਤਾ ਜੋ ਅਗਨ ਮੈਂ ਆਹਾਰ ਪਚਾਵੇ। ਉਹ ਉੱਥੇ ਵੀ ਦਿੰਦਾ ਹੈ। ਘਾਹ ਖਾਣ ਵਾਲਿਆਂ ਨੂੰ ਘਾਹ, ਮਾਸ ਖਾਣ ਵਾਲਿਆਂ ਨੂੰ ਮਾਸ ਦਾ ਪ੍ਰਬੰਧ ਕਰਕੇ ਦਿੰਦਾ ਹੈ। ਇਹ ਉਹਦੀ ਵਡਿਆਈ ਹੈ। 84 ਲੱਖ ਜੂਨਾਂ ਨੂੰ ਪੈਦਾ ਕਰਕੇ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਸਤਿਗੁਰੂ ਜੀ ਸਮਝਾ ਰਹੇ ਹਨ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵਹਿ ਮੇਰੇ ਸਾਹ। ਸਭ ਕੋ ਆਸ ਹੈ ਤੇਰੀ ਬੈਠਾ, ਸਾਰਿਆਂ ਨੂੰ ਵਾਹਿਗੁਰੂ ਤੇਰੇ ਤੂੰ ਆਸ ਹੈ, ਤੂੰ ਇੱਛਾ ਪੂਰਕ ਹੈ, ਤੂੰ ਸਾਰਿਆਂ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰੀਆਂ ਕਰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਾਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਰਿੰਜਨਾ। ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਣਾ। ਸਤਿਗੁਰੂ ਜੀ ਸਮਝਾ ਰਹੇ ਨੇ, ਸਭਨਾ ਕੀ ਤੂੰ ਆਸ ਹੈ। ਸਾਰਿਆਂ ਨੂੰ ਵਾਹਿਗੁਰੂ ਤੇਰੇ ਤੇ ਆਸਾਂ ਨੇ, ਤੂੰ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਸਭ ਤੁਝ ਹੀ ਤੁਝੇ ਧਿਆਵੈ ਮੇਰੇ ਸ਼ਾਹ। ਸਾਰੇ ਤੈਨੂੰ ਜਪਦੇ ਨੇ, ਚਾਹੇ ਕੋਈ ਮੰਦਰ ਵਿੱਚ ਰਾਮ ਰਾਮ ਕਰਦਾ ਹੈ, ਚਾਹੇ ਕੋਈ ਅੱਲਾ ਅੱਲਾ ਕਰਦਾ ਹੈ, ਚਾਹੇ ਕੋਈ ਗੁਰੂ ਗੁਰੂ ਕਰਦਾ ਹੈ। ਅਨੇਕ ਹੈ ਫਿਰ ਏਕ ਹੈ, ਅਨੇਕਾਂ ਨਾਵਾਂ ਦੇ ਨਾਲ ਤੈਨੂੰ ਕੋਈ ਜਿੱਥੇ ਜਿੱਥੇ ਵੀ ਪੁਕਾਰਦਾ ਹੈ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਹੇ ਵਾਹਿਗੁਰੂ ਤੁਝੇ ਧਿਆਵੈ ਮੇਰੇ ਸ਼ਾਹ, ਸਾਰੇ ਤੈਨੂੰ ਧਿਆਉਂਦੇ ਹਨ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਜਿਉ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਸਤਿਗੁਰੂ ਜੀ ਜਿੱਦਾਂ ਤੈਨੂੰ ਚੰਗਾ ਲੱਗਦਾ, ਜਿਵੇਂ ਤੈਨੂੰ ਭਾ ਜਾਵੇ। ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਹਾਏ ਕਰੀ। ਤੈਨੂੰ ਭਾ ਜਾਵੇ, ਮੇਰਾ ਕੀਤਾ ਹੋਇਆ ਨਿਤਨੇਮ ਤੈਨੂੰ ਭਾ ਜਾਵੇ, ਚੰਗਾ ਲੱਗ ਜਾਵੇ। ਮੇਰਾ ਇਸ਼ਨਾਨ ਕੀਤਾ ਹੋਇਆ ਤੈਨੂੰ ਭਾ ਜਾਵੇ, ਮੇਰਾ ਸਿਮਰਨ ਕੀਤਾ ਹੋਇਆ ਤੈਨੂੰ ਭਾ ਜਾਵੇ, ਚੰਗਾ ਲੱਗ ਜਾਵੇ। ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਹੇ ਵਾਹਿਗੁਰੂ ਮੇਰੇ ਪਿਆਰੇ ਪ੍ਰਮਾਤਮਾ ਵਾਹਿਗੁਰੂ, ਮੇਰੇ ਕੋਲ ਉਹ ਕੰਮ ਕਰਾਵੀਂ ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੋਵੇਗਾ। ਮੇਰੇ ਕੋਲ ਉਹ ਕੰਮ ਨਾ ਕਰਾਵੀਂ ਜਿਹੜਾ ਤੈਨੂੰ ਚੰਗਾ ਨਾ ਲੱਗਦਾ ਹੋਵੇ। ਇਹਨਾਂ ਰੋਗਾਂ ਤੋਂ ਮੈਨੂੰ ਬਚਾ ਕੇ ਰੱਖੀ। 10 ਪ੍ਰਮੁੱਖ ਤੌਰ ਦੇ ਉੱਤੇ ਦੋਸ਼ ਨੇ ਸਾਡੇ ਸਰੀਰ ਦੇ 10।
ਚਾਰ ਪ੍ਰਮੁੱਖ ਤੌਰ ਤੇ ਦੋਸ਼ ਨੇ ਸਾਡੀ ਜੀਭ ਦੇ। ਚਾਰ ਪ੍ਰਮੁੱਖ ਦੋਸ਼ ਜੀਭ ਦੇ ਕਿਹੜੇ ਨੇ? ਕਠੋਰ ਬੋਲਣਾ ਇੱਕ ਦੋਸ਼ ਹੈ, ਇਹ ਰਸਨਾ ਦਾ, ਕਠੋਰ ਬੋਲਣਾ। ਦੂਸਰਾ ਦੋਸ਼ ਹੈ ਫਿੱਕਾ ਬੋਲਣਾ, ਇਹ ਵੀ ਦੋਸ਼ ਹੈ, ਇਹ ਵੀ ਰੋਗ ਹੈ ਜੀਭ ਦਾ। ਕਦੇ ਧਿਆਨ ਮਾਰਿਓ, ਸਰੀਰ ਦੇ ਰੋਗਾਂ ਤੋਂ ਤਾਂ ਅਸੀਂ ਜਾਣਕਾਰੀ ਹਾਸਲ ਕਰ ਲਈ, ਪਰ ਆ ਜੀਭ ਦੇ ਵਿੱਚ ਚਾਰ ਰੋਗ ਜਿਨ ਇਹਦੀ ਔਖਦ ਲਾ ਲਈ ਨਾ, ਉਹ ਗੁਰਮੁਖ ਪਿਆਰਾ ਗੁਰੂ ਨੂੰ ਪਿਆਰਾ ਹੈ। ਕਠੋਰ ਬੋਲਣਾ, ਕਠੋਰ ਸ਼ਬਦ ਨਹੀਂ ਕਹਿਣੇ ਕਿਸੇ ਨੂੰ, ਐਸਾ ਸ਼ਬਦ ਨਹੀਂ ਬੋਲਣਾ ਜਿਹਦੇ ਬੋਲਣ ਦੇ ਨਾਲ ਕਿਸੇ ਦਾ ਮਨ ਦੁੱਖ ਜਾਵੇ। ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਕਾਹੀਂ ਠਾਏਂਦਾ, ਕਿਸੇ ਦਾ ਦਿਲ ਨਾ ਤੋੜੀ। ਫਿੱਕਾ ਨਾ ਬੋਲੀ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ ਫਿੱਕੈ ਫਿੱਕੀ ਸੋਏ। ਫਿੱਕਾ ਮੂਰਖ ਆਖੀਏ ਪਾਹਣਾ ਲਏ ਸਜਾਏ। ਸਤਿਗੁਰੂ ਜੀ ਕਹਿੰਦੇ ਮੂਰਖ ਹੈ, ਇਹ ਰਸਨਾ ਫਿੱਕਾ ਬੋਲਦੀ ਹੈ। ਤੀਸਰਾ ਇਹਦਾ ਔਗਣ ਹੈ ਝੂਠ ਬੋਲਣਾ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਨੇ, ਉਹ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਉਹ ਝੂਠ ਨਹੀਂ ਜੇ ਬੋਲਦੇ। ਤੇ ਅਗਲੀ ਗੱਲ ਹੈ, ਇਹ ਜੀਭ ਦਾ ਚੌਥਾ ਰੋਗ ਹੈ ਨਿੰਦਿਆ ਕਰਨੀ। ਇਹ ਰਸਨਾ ਜਿਹੜੀ ਨਿੰਦਿਆ ਕਰਦੀ ਹੈ, ਸਮਝ ਲਓ ਜੀਵ ਨੂੰ ਰੋਗ ਲੱਗਾ ਹੈ। ਤਿੰਨ ਰੋਗ ਜਿਹੜੇ ਨੇ ਉਹ ਮੰਨਦੇ ਨੇ, ਈਰਖਾ, ਦੂਈ ਦਵੈਸ਼ ਤੇ ਵੈਰ ਵਿਰੋਧ। ਇਹ ਤਿੰਨ ਰੋਗ ਮੰਨਦੇ ਨੇ। ਤੇ ਦੋ ਰੋਗ ਜਿਹੜੇ ਨੇ ਉਹ ਸਰੀਰ ਦੇ ਨੇ, ਹਿੰਸਾ, ਲੜਾਈ ਝਗੜਾ ਕਰਨਾ, ਚੋਰੀ ਕਰਨਾ, ਪਰ ਇਸਤਰੀ ਪਰਪੁਰਖ ਦਾ ਸੰਗ ਕਰਨਾ। ਇਹ ਦੋ ਰੋਗ ਜਿਹੜੇ ਸਰੀਰ ਦੇ ਨੇ। ਇਹ 10 ਰੋਗਾਂ ਤੋਂ ਜਿਹੜਾ ਮੁਕਤ ਹੋ ਜਾਂਦਾ ਨਾ, ਉਹ ਗੁਰੂ ਨੂੰ ਪਿਆਰਾ ਲੱਗਦਾ ਹੈ। ਸਤਿਗੁਰੂ ਜੀ ਇਸ ਕਰਕੇ ਸਮਝਾ ਰਹੇ ਨੇ, ਹੇ ਵਾਹਿਗੁਰੂ ਮੇਰੀ ਤੁਹਾਡੇ ਅੱਗੇ ਅਰਦਾਸ ਹੈ, ਜੋ ਭਾਵ ਹੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਉਹ ਮੇਰੇ ਕੋ ਬੋਲ ਬੁਲਾਵੀਂ, ਉਹ ਮੇਰੇ ਕੋ ਕੰਮ ਕਰਾਵੀਂ, ਉਸ ਸੰਗਤ ਵਿੱਚ ਭੇਜੀ ਜਿੱਥੇ ਮੈਂ ਬੈਠਿਆ ਤੈਨੂੰ ਚੰਗਾ ਲੱਗਦਾ ਹੋਵਾਂ। ਸੋ ਸਾਧ ਸੰਗਤ ਜੀ, ਜਿੱਥੇ ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਮੁੱਖ ਵਾਕ ਆਪ ਜੀ ਸਰਵਣ ਕਰ ਰਹੇ ਹੋ, ਉੱਥੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦੀ ਅੱਜ ਬਰਸੀ ਵੀ ਹੈ। ਭਾਵੇਂ ਕਿ ਆਉਣ ਥੋੜੇ ਸਮੇਂ ਵਿੱਚ 9 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਥਾਨ ਦੇ ਉੱਤੇ ਵਿਸ਼ੇਸ਼ ਸਮਾਗਮ ਕੀਤਾ ਜਾਣਾ ਹੈ, ਪਰ ਧਾਰਮਿਕ ਪੱਖ ਤੋਂ ਮੈਂ 2-4 ਮਿੰਟ ਜਿੰਨਾ ਬਾਕੀ ਬਚਿਆ ਆਪ ਜੀ ਨਾਲ ਵਿਚਾਰ ਸਾਂਝੀ ਕਰਨੀ ਚਾਹੁੰਦਾ। ਤਿੰਨ ਪਹਿਲੂ ਨੇ ਪੂਰਨ ਮਨੁੱਖ ਦੇ। ਰਾਜਨੀਤਿਕ ਤੌਰ ਦੇ ਉੱਤੇ ਕੋਈ ਰਾਜਾ ਹੋ ਸਕਦਾ ਹੈ, ਹੋਏ ਵੀ ਨੇ ਬੜੇ ਰਾਜੇ, ਪਰ ਉਹ ਇਕੱਲੇ ਰਾਜੇ ਹੋਏ ਨੇ, ਪਰ ਜੇ ਉਹਨਾਂ ਦੇ ਵਿੱਚ ਧਾਰਮਿਕ ਪੱਖ, ਧਾਰਮਿਕ ਗੁਣ ਨਹੀਂ ਸੀ, ਸਮਾਜਿਕ ਗੁਣ ਨਹੀਂ ਸੀ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜਿਨ੍ਹਾਂ ਦੀ ਅਸੀਂ ਗੱਲ ਕਰੀਏ, ਇਹਨਾਂ ਤਿੰਨ ਪਹਿਲੂਆਂ ਤੋਂ ਉੱਪਰ ਪੱਕ ਸਨ। ਚੰਗੇ ਪ੍ਰਬੰਧਕ, ਚੰਗੇ ਸ਼ਾਸਕ ਸਨ, ਔਰ ਚੰਗੇ ਧਾਰਮਿਕ ਆਗੂ ਵੀ ਸਨ। ਸਮਾਜਿਕ ਖੇਤਰ ਵਿੱਚ, ਸਮਾਜ ਦੇ ਵਿੱਚ ਉਹਨਾਂ ਨੇ ਸਮਾਜ ਦੀਆਂ ਸੇਵਾਵਾਂ ਵੀ ਕੀਤੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਅੰਮ੍ਰਿਤਸਰ ਦਾ ਉਹਨਾਂ ਨੇ ਪ੍ਰਬੰਧ ਸੰਭਾਲਿਆ, ਤੇ ਮੈਂ ਬੇਨਤੀ ਕਰਾਂ, ਅੱਜ ਤੁਸੀਂ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਸਾਰੇ ਸੋਨੇ ਦੀ ਸੇਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਸੰਗਮਰਮਰ, ਸੋਨੇ ਹੀਰੇ ਜਵਾਹਰਾਤ ਤੇ ਸੋਨੇ ਵਿੱਚ ਮੜਾ ਦਿੱਤਾ ਹੈ। ਤੇ ਨਾਲ ਹੀ ਮੈਂ ਬੇਨਤੀ ਕਰਨੀ ਚਾਹੁੰਦਾ, ਸਾਧ ਸੰਗਤ ਜੀ, ਜਦੋਂ ਇਸ ਨੂੰ ਸੋਨੇ ਵਿੱਚ ਮੜਾ ਦਿੱਤਾ ਹੈ, ਜਿਹੜੇ ਸੈਲਾਨੀ ਬਾਹਰੋਂ ਆ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਸਨ, ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਇਸ ਦਾ ਨਾਮ ਹਰਿਮੰਦਰ ਸਾਹਿਬ ਹੈ। ਉਹਨਾਂ ਨੇ ਇਸ ਦੀ ਸੋਨੇ ਦੀ ਚਮਕ ਦਮਕ ਨੂੰ ਵੇਖ ਕਰਕੇ ਕਹਿ ਦਿੱਤਾ ਇਹ ਗੋਲਡਨ ਟੈਂਪਲ ਹੈ। ਇਸ ਕਰਕੇ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਥਾਂ ਥਾਂ ਦੇ ਉੱਤੇ ਸੰਕੇਤ ਬੋਰਡ ਲਾਏ ਹੋਏ ਹਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਦਾ ਰਸਤਾ ਇੱਧਰ ਹੈ, ਇੱਧਰ ਹੈ ਹਰਿਮੰਦਰ ਸਾਹਿਬ। ਇਸ ਕਰਕੇ ਗੋਲਡਨ ਟੈਂਪਲ ਨਹੀਂ ਕਹਿਣਾ, ਹਰਿਮੰਦਰ ਸਾਹਿਬ ਕਹਿਣਾ ਹੈ। ਉਸ ਹਰਿਮੰਦਰ ਸਾਹਿਬ ਜੀ ਦੀ ਸੇਵਾ ਜਦੋਂ ਮਹਾਰਾਜ ਰਣਜੀਤ ਸਿੰਘ ਨੇ ਲਈ, ਤੇ ਕਹਿੰਦੇ ਸੇਵਾਦਾਰਾਂ ਨੇ ਆਖਿਆ ਮਹਾਰਾਜ ਰਣਜੀਤ ਸਿੰਘ ਨੂੰ ਕਿ ਤੁਸੀਂ ਆਪਣਾ ਇੱਥੇ ਪੱਥਰ ਲਵਾ ਦਿਓ, ਆਪਣਾ ਕੋਈ ਪੱਤਰਾ ਲਵਾ ਦਿਓ। ਤੇ ਪੱਤਰਾ ਬਣਾ ਕੇ ਲੈ ਕੇ ਆਂਦਾ। ਮਹਾਰਾਜ ਰਣਜੀਤ ਸਿੰਘ ਨੇ ਮਨਾ ਕਰ ਦਿੱਤਾ ਕਿ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ। ਪਰ ਕਹਿਣ ਦੇ ਉੱਤੇ ਉਹਨਾਂ ਨੇ ਇੱਕ ਪੱਤਰਾ ਬਣਾ ਕੇ ਲੈ ਕੇ ਆਂਦਾ, ਜਿਹਦੇ ਤੇ ਜ਼ਿਕਰ ਕੀਤਾ ਹੋਇਆ ਸੀ ਇਸ ਸੋਨੇ ਦੀ ਸੇਵਾ ਮਹਾਰਾਜ ਰਣਜੀਤ ਸਿੰਘ ਨੇ ਕਰਵਾਈ ਹੈ। ਪੱਤਰੇ ਦੀ ਇਬਾਦਤ ਪੜ੍ਹੀ, ਪੜ੍ਹ ਕੇ ਇਬਾਦਤ ਆਖਿਆ ਇਹ ਪੱਤਰਾ ਇੱਥੋਂ ਉਤਾਰ ਦਿੱਤਾ ਜਾਵੇ, ਇਸ ਪੱਤਰੇ ਦੇ ਵਿੱਚ ਹਉਮੈ ਹੈ, ਇਸ ਪੱਤਰੇ ਦੇ ਵਿੱਚ ਮੈਂ ਹੈ, ਇਸ ਕਰਕੇ ਐਸਾ ਪੱਤਰਾ ਨਹੀਂ ਲਾਉਣਾ।
ਅੱਜ ਤੁਸੀਂ ਦੇਖੋ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੁਸੀਂ ਨਤਮਸਤਕ ਹੋਣ ਜਾਂਦੇ ਹੋ ਤੇ ਉਸ ਪੱਤਰੇ ਤੇ ਲਿਖਿਆ ਹੋਇਆ ਹੈ ਦਾਸ ਜਾਣ ਕਰਕੇ ਗੁਰੂ ਸਾਹਿਬ ਜੀ ਨੇ ਇਹ ਸੇਵਾ ਪ੍ਰਾਪਤ ਕੀਤੀ ਹੈ। ਨੇ ਸੇਵਾਦਾਰ ਆਉਂਦੇ ਨੇ, ਤੁਸੀਂ ਵੇਖੋ ਵਿਰਾਸਤੇ ਖਾਲਸਾ ਤੁਹਾਡਾ ਰਾਜ ਭਾਗ ਸੀ, ਤੁਸੀਂ ਬਣਾ ਲਿਆ। ਮੀਨਾਰੇ ਖਾਲਸਾ ਚੱਪੜਚਿੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨ ਤੇ ਤੁਹਾਡਾ ਰਾਜ ਭਾਗ ਸੀ, ਤੁਸੀਂ ਬਣਾ ਲਿਆ। ਘੱਲੂ ਘਾਰੇ ਦੀਆਂ ਯਾਦਗਾਰਾਂ ਤੁਸੀਂ ਬਣਾ ਲੀਆਂ, ਤੁਹਾਡਾ ਰਾਜ ਭਾਗ ਸੀ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਵੀ ਗੁਰੂ ਕੇ ਸਿੱਖਾਂ ਦੇ ਕੋਲ ਰਾਜ ਭਾਗ ਆਇਆ ਉਹਨਾਂ ਨੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਵੀ ਕੀਤਾ ਹੈ। ਆਓ ਰਲ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗੁਰੂ ਗ੍ਰੰਥ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਤਤਪਰ ਰਹੀਏ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸ਼ਬਦ ਅਰਥ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਾਧ ਸੰਗ ਬਖਸ਼ਣਯੋਗ ਹੈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ, ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚਕ ਹੋਈਏ ਜੀ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੈ ਧਿਆਵੈ ਮੇਰੇ ਸਾਹੁ। ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।